कहानी अपने अपने मरसीए। कहानीकारा सरगी जम्मू। आवाज़ सीमा करेवाल। चन्नी। नानक चिंता मत करो, चिंता तिस ही है। नानक चिंता मत करो, चिंता तिस ही है। मोबाइल की रिंगटोन उपर लगे शब्द की गूंज पूरे कमरे ते काबिज हो गई। मैं कॉल रिसीव करती हाँ। फोन ते कोई अणपछाणिया नंबर है। हेलो हेलो। हाँ मेरी जान, की हाल है? आवाज़ थोड़ी टुटवी होने करके बेपछाणी हो गई, पर संबोधनी लहजा इन्ने लंबे अरसे बाद भी पछाणिया जाता है। पर पता नहीं क्यों मेरे मुँह आवाज़ नहीं निकलती, पर अखां दे कोयां विच पानी सिम आउंदा है। फिर आवाज़ आउंदी है। पछाणिया नहीं, मैं निंदी। भैड़िए तू भी भुल गई। हाँ हाँ पछाण लिया, पर हैरान सी भी इन्ने साल बाद। चल बहुत ही हैरान ना हो, ना ही परेशान हो। मैं बथेरा हैरान ते परेशान करके गई सी तेनू। मैं अज दोपहरे तेरे कोल आ रही हाँ, तेरे देश। फिर मिलांगे, गल्लां करांगे, बहुत सारियां गल्लां करांगे। इन्ना कहने तो बाद फोन उत्ते आवाज़ होनी बंद हो गई ते मैं गुम सुम जी हो डाइनिंग टेबल की कुर्सी ते बैठ गई। अज तो पौने 7 साल का वाक्या मेरी अखा अगे घूमन लग पिया। पौने 7 साल। पौने 7 साल। अज तो पौने 7 साल पहला वो पिंडों चली गई सी ते अपने पिछे कई किसी कहानियां छड्ड गई सी। उन्हां किसी कहानियां ने मैनू हैरान भी किया सी ते परेशान भी किया सी। कोई अग दी उमरे खेड खेडदा तां हैरानी ना हुंदी, पर उसदा सिवियां दी बुझी अग नूं फिर लांबू ला दिता सी ते उस दुखे लांबू विच कई कुछ सुहा करके तुरती बनी सी। कई कुछ सुहा करके तुरती बनी सी। अज तो पौने 7 साल पहला जब निंदी पिंडों निकल गई सी तां हट्टियां उत्ते अणबुझियां भट्ठियां उत्ते कईयां नूं गल्लां करन लग गई सी। उस बारे गल्लां करदियां बुढ़ियां ठेरियां दियां बीबियां दाड़ियां कचरियां हो जांदियां। उहदे जाण तो बाद लोकां खंबां दियां डारां बना लईयां। एक ने कहा सी, ਓਏ ਉਹਦੇ ਤਾਂ ਚਾਲੇ ਸ਼ੁਰੂ ਤੋਂ ਹੀ ਮਾੜੇ ਸੀ। ਆਹੋ किसी दूजे ने कहा, नहीं जिस महीने पुत्त मरिया उस महीने च कई दालती वे उस महीने च करा लिया सी दालती विआह कंजरी रन ने। ਅਫਸੋਸ ਕਰਨ ਆਏ ਨੂੰ ਹੀ ਫਾ ਲਿਆ। ਅਫਸੋਸ ਕਰਨ ਆਏ ਨੂੰ ਹੀ ਫਾ ਲਿਆ ਸੀ। भीड़ का हासा होर उच्ची होया। खंभा दियां डारां जद मेरे घर तो लंघदियां तो मैनू परेशान कर जांदियां। मैं अद्धे सिर दी भीड़ लैके बैठ जांदी।
ਅੱਖਾਂ ਲਾਲ ਸੁਰਖ ਹੋ ਜਾਂਦੀਆਂ। ਕਦੇ ਨਿੰਦੀ ਗਲਤ ਲੱਗਦੀ, ਕਦੇ ਠੀਕ। ਪਰ ਮੈਂ ਕੌਣ ਹੁੰਦੀ ਹਾਂ ਠੀਕ ਗਲਤ ਦਾ ਫੈਸਲਾ ਕਰਨ ਵਾਲੀ? ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਜੋ ਮੈਂ ਆਪਣੇ ਆਪ ਨਾਲ ਕੀਤਾ ਜਾਂ ਕਰ ਰਹੀ ਹਾਂ ਠੀਕ ਹੈ ਜਾਂ ਗਲਤ। ਮੈਨੂੰ ਤਾਂ ਇਹ ਵੀ ਨਹੀਂ ਪਤਾ। ਅੱਜ ਤਾਂ ਮੇਰੇ ਹਾਲਾਤ ਵੀ ਨਿੰਦੀ ਵਰਗੇ ਹੀ ਹੈ। ਅਸੀਂ ਹਮ ਉਮਰ ਸਾਂ, ਹਮ ਸਫਰ ਵੀ ਰਹੀਆਂ, ਪਰ ਹਮ ਖਿਆਲ ਕਦੇ ਨਾ ਬਣੀਆਂ। ਤੇ ਇਹ ਵੀ ਸਿਤਮਗਿਰੀ ਇਤਫਾਕ ਹੀ ਸੀ ਕਿ ਉਹ ਤੇ ਮੈਂ ਉਮਰ ਦੇ 45ਵੇਂ ਵਰੇ ਵਿਧਵਾ ਹੋ ਗਈ ਹਾਂ। ਜਿਨ੍ਹਾਂ ਵਰਿਆਂ ਵਿੱਚ ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਜ਼ਨਾਨੀ ਬੰਦਿਆਂ ਦਾਖਲ ਹੋ ਜਾਂਦੀ ਹੈ, ਪਰ ਨਿੰਦੀ ਦੇ ਕਾਰੇ ਤੋਂ ਤੇ ਜੇ ਮੈਂ ਆਪਣੇ ਵੱਲ ਵੀ ਵੇਖਾਂ ਤਾਂ ਇਹ ਗੱਲ ਸੋਚ ਕੇ ਹਾਸਾ ਆ ਜਾਂਦਾ ਹੈ। ਉਂਝ ਤਾਂ ਮੇਰੇ ਦੁੱਖਾਂ ਦੀ ਕਹਾਣੀ ਬਥੇਰੀ ਲੰਮੀ ਆ, ਪਰ ਉਹਦੇ ਦੁੱਖਾਂ ਸਾਹਮਣੇ ਛੋਟੀ ਹੋ ਜਾਂਦੀ ਹੈ। ਉਸ 1 ਸਾਲ ਵਿੱਚ ਪਤੀ, ਭਰਾ ਤੇ ਪੁੱਤ ਦੀ ਮੌਤ ਚੱਲੀ ਸੀ। ਛੱਡ ਮਨਾ, ਚੱਲ ਛੱਡ, ਦੁੱਖ ਦਾਰੂ ਸੁੱਖ ਰੋਕ ਪਿਆ। ਪਰ ਜੇ ਦੁੱਖ ਦਾਰੂ ਬਣ ਜਾਂਦਾ ਤਾਂ ਸਾਨੂੰ ਸਬਰ ਨਾਲ ਆ ਜਾਂਦਾ, ਸਬਰ ਨਾ ਆ ਜਾਂਦਾ ਸਾਨੂੰ। ਪਰ ਸਬਰ ਤੇ ਨਾ ਮੇਰੇ ਕੋਲ ਸੀ, ਨਾ ਹੀ 7 ਸਮੁੰਦਰੋਂ ਪਾਰ ਵਸਦੀ ਨਿੰਦੀ ਕੋਲ। ਨਿੰਦੀ ਸ਼ੁਰੂ ਤੋਂ ਹੀ ਅੱਥਰੀ ਸੀ। ਸੋਹਣੀ ਤੇ ਖੁੱਲੇ ਡੁੱਲੇ ਸੁਭਾਅ ਕਰਕੇ ਪੂਰੇ ਕਾਲਜ ਵਿੱਚ ਮਸ਼ਹੂਰ ਸੀ। ਘਟਨਾ ਭਾਵੇਂ ਕਿਸੇ ਤਰ੍ਹਾਂ ਦੀ ਵੀ ਹੁੰਦੀ, ਨਿੰਦੀ ਦਾ ਨਾਂ ਵਿੱਚ ਜ਼ਰੂਰ ਆਉਂਦਾ। ਕਾਲਜ ਵਿੱਚੋਂ ਕੋਈ ਨਾ ਕੋਈ ਪੰਗਾ ਲੈ ਛੱਡਦੀ ਤੇ ਫਿਰ ਮੇਰੇ ਕੋਲ ਆ ਕੇ ਕਹਿੰਦੀ, ਮੇਰਾ ਨਿਆਂ ਕਰ, ਨਿਆਂ ਕਰ ਮੇਰਾ। ਮੈਂ ਉਸਨੂੰ ਹੱਸਦਿਆਂ ਪੁੱਛਿਆ, ਨਹੀਂ ਮੈਂ ਕੋਈ ਜੱਜ ਆ? ਤਾਂ ਉਹ ਹੱਸਦੀ ਹੱਸਦੀ ਦੂਰੀ ਚੌਰੀ ਹੋ ਗਈ ਤੇ ਬੜੇ ਪਿਆਰ ਨਾਲ ਮੇਰੇ ਮੋਢੇ ਤੇ ਸਿਰ ਰੱਖ ਕੇ ਕਹਿਣ ਲੱਗੀ, ਚੰਨੀਏ ਤੂੰ ਹੀ ਮੇਰੀ ਕਚਹਿਰੀ ਹੈ ਤੇ ਤੂੰ ਹੀ ਮੇਰੀ ਜੱਜ, ਇਸ ਲਈ ਕਹਿੰਦੀ ਹੈ ਨਿਆਂ ਕਰ। ਮੇਰੀ ਕਚਹਿਰੀ ਨੇ ਵੀ ਉਹਨੂੰ ਕਦੇ ਦੋਸ਼ੀ ਕਰਾਰ ਨਹੀਂ ਸੀ ਦਿੱਤਾ, ਹਮੇਸ਼ਾ ਬਾਇਜ਼ਤ ਬਰੀ ਕਰ ਦਿੱਤਾ ਸੀ। ਉਹ ਮੈਨੂੰ ਕਹਿੰਦੀ ਹੁੰਦੀ ਸੀ ਕਿ ਇਸ ਹਮਾਮ 'ਚ ਨਾ ਸਾਰੇ ਹੀ ਨੰਗੇ ਆ, ਕਈਆਂ ਨੂੰ ਆਪਣਾ ਆਪ ਕੱਜਣਾ ਆ ਜਾਂਦਾ, ਪਰ ਮੇਰੇ ਕੋਲੋਂ ਇਹੋ ਜਿਹੇ ਉਡੰਬਰ ਨਹੀਂ ਹੁੰਦੇ, ਨਹੀਂ ਹੁੰਦੇ ਮੇਰੇ ਕੋਲੋਂ ਇਹੋ ਜਿਹੇ ਅਡੰਬਰ ਸ਼ੰਬਰ। ਪਰ ਨਿੰਦੀਏ, ਕੱਜਣ ਦੀ ਵੀ ਆਪਣੀ ਖੂਬਸੂਰਤੀ ਹੈ। ਉਸ ਵੇਲੇ ਬੜੀ ਸਾਊ ਜਿਹੀ ਬਣੀ ਮੈਂ ਉਸਨੂੰ ਸਾਊ ਜਿਹਾ ਜਵਾਬ ਦਿੱਤਾ ਸੀ, ਚੰਨੀਏ ਬੰਦਾ ਸਾਰੀ ਉਮਰ ਜਾਲੀ ਜਿਹਾ ਹੀ ਜੀ ਜਾਂਦਾ। ਸਾਰੇ ਲੋਕ ਕਾਰਬਨ ਕਾਪੀਆਂ ਵਰਗੇ ਨੇ, ਤੈਨੂੰ ਪਤਾ ਹੈ ਕਾਰਬਨ ਕਾਪੀ ਪੜ੍ਹਨੀ ਔਖੀ ਹੁੰਦੀ ਹੈ। ਉਸ ਵੇਲੇ ਉਹਦੇ ਕੋਲ ਕਾਰਬਨ ਕਾਪੀ ਕੀਤੇ ਨੋਟ ਸਨ ਤੇ ਉਹਨਾਂ ਨੋਟਸਾਂ ਨੂੰ ਮੇਰੇ ਸਾਹਮਣੇ ਖਿਲਾਰਦਿਆਂ ਨਿੰਦੀ ਜ਼ਿੰਦਗੀ ਬਾਰੇ ਫਿਲਾਸਫੀ ਘੋਟਣ ਲੱਗ ਪਈ ਸੀ। ਇੰਝ ਲੱਗਦਾ ਜਿਵੇਂ ਕੱਲ ਦੀ ਗੱਲ ਹੋਵੇ। ਨਿੰਦੀ ਦਾ ਵਿਆਹ ਗੁਰਬਚਨ ਨਾਲ ਹੋਇਆ। ਤਾਂ ਹਰ ਕੋਈ ਕਹਿੰਦਾ ਜੋੜੀਆਂ ਜਗ ਥੋੜੀਆਂ, ਤੇ ਨਿੰਦੀ ਦੇ ਵਿਆਹ ਤੇ ਗੁਰਬਚਨ ਦੇ ਦੋਸਤ ਵੱਲੋਂ ਬੋਲਿਆ ਛੰਦ, ਇੱਕ ਨੂੰ ਅਸੀਂ ਲੈ ਚੱਲੇ, ਦੂਜੀ ਦੀ ਕਰੋ ਤਿਆਰੀ, ਸੱਚ ਹੋ ਗਿਆ। ਤੇ ਸਾਲ ਦੀ ਵਿੱਥ ਤੇ ਮੈਂ ਵੀ ਉਸੇ ਪਿੰਡ ਦੀ ਨੂੰਹ ਬਣ ਗਈ ਸੀ। 21 ਵਰਿਆਂ ਦੀ ਵਿਆਹੁਤਾ ਜ਼ਿੰਦਗੀ 'ਚ ਮੈਂ ਬਥੇਰੀਆਂ ਹੇਠੀਆਂ ਜੇਠੀਆਂ ਝੱਲ ਲਈਆਂ ਸਨ।
ਕੈਲੰਡਰ ਵੱਲ ਵੇਖਦਿਆਂ ਯਾਦ ਆਉਂਦਾ ਹੈ, ਅੱਜ ਦੀ ਤਰੀਕ ਹੀ ਤਾਂ ਮੈਂ ਵਿਧਵਾ ਹੋਈ ਸੀ, ਤੇ ਨਿੰਦੀ ਵੀ। ਅੱਜ ਮੇਰੇ ਤੇ ਨਿੰਦੀ ਦੇ ਪਤੀ ਦੀ 8ਵੀਂ ਬਰਸੀ ਹੈ। ਮੈਨੂੰ ਯਾਦ ਆਇਆ, ਖੌਰੇ ਨਿੰਦੀ ਨੂੰ ਵੀ ਯਾਦ ਹੋਵੇ, ਤਾਂ ਹੀ ਸ਼ਾਇਦ ਉਹ ਅੱਜ ਦੇ ਦਿਨ ਮੈਨੂੰ ਮਿਲਣ ਆ ਰਹੀ ਹੋਵੇ। ਤੁਰਕਿਆਂ ਦੇ ਮਰਸੀਏ ਗਾਉਣ ਲਈ ਅੱਜ ਦੀ ਤਰੀਕੇ ਤਾਂ ਉਹ ਦੋਵੇਂ ਬੇਲੀ ਜਿਣਸ ਵੇਚਣ ਗਏ ਸੀ ਨਾ, ਪਰ ਘਰ ਵਾਪਸ ਨਹੀਂ ਸੀ ਪਰਤੇ। ਮੈਂ ਤੇ ਨਿੰਦੀ ਸ਼ਮਸ਼ਾਨ ਘਾਟ ਵਿੱਚ ਇੱਕ ਦੂਜੀ ਨੂੰ ਮਿਲੀਆਂ ਸੀ, ਤੇ ਇੱਕ ਦੂਜੀ ਨੂੰ ਧਰਵਾਸ ਦਿੰਦਿਆਂ ਅਸੀਂ ਆਪੋ ਆਪਣੇ ਦੁੱਖਾਂ ਨੂੰ ਰੋ ਰਹੀਆਂ ਸੀ। ਸ਼ਮਸ਼ਾਨ ਘਾਟ ਵਿੱਚ ਉਹਨਾਂ ਦੋਵਾਂ ਦੀ ਲਾਸ਼ ਨੂੰ ਇੱਕੋ ਵੇਲੇ ਲਾਂਬੂ ਲਾਇਆ ਜਾ ਰਿਹਾ ਸੀ। ਇੱਕੋ ਵੇਲੇ ਲਾਂਬੂ ਲਾਇਆ ਗਿਆ। ਮੇਰੇ ਪੁੱਤ ਨੇ ਹੀ ਆਪਣੇ ਪਿਓ ਦੀ ਚਿਖਾ ਨੂੰ ਅੱਗ ਵਿਖਾਈ ਸੀ, ਤੇ ਮੱਚੀ ਅੱਗ ਦੇ ਵਿੱਚੋਂ ਹੀ ਮੈਨੂੰ ਪਰਲੇ ਪਾਸੇ ਖਲੋਤਾ ਚੋਖਾ ਦਿਸਿਆ ਸੀ। ਉਂਝ ਭਾਵੇਂ ਉਹ ਮੇਰੇ ਦੁੱਖ ਵਿੱਚ ਸ਼ਰੀਕ ਸੀ, ਪਰ ਉਸ ਮੇਰੇ ਨਾਲ ਜ਼ਬਾਨ ਸਾਂਝੀ ਨਹੀਂ ਸੀ ਕੀਤੀ। ਜ਼ਬਾਨ ਸਾਂਝੀ ਨਹੀਂ ਕੀਤੀ ਸੀ। ਉਖੜੀਆਂ ਜਿਹੀਆਂ ਨਜ਼ਰਾਂ ਨਾਲ ਮੈਂ ਸਾਰੇ ਕਮਰੇ ਨੂੰ ਵੇਖਦੀ ਹਾਂ। ਆਪਣੇ ਪੁੱਤ ਦੀ ਫੋਟੋ ਵੇਖ ਮਨ ਨੂੰ ਥੋੜੀ ਜਿਹੀ ਤਸੱਲੀ ਹੋਈ। ਫੋਟੋ ਵਿਚਲੀ ਉਹਦੀ ਮੁਸਕਰਾਹਟ ਮੇਰੀ ਗੱਲ ਨੂੰ ਥੋੜਾ ਹੌਸਲਾ ਦਿੰਦੀ ਹੈ। ਵਿਆਹ ਦੇ ਪੂਰੇ 12 ਵਰ੍ਹਿਆਂ ਬਾਅਦ ਮੇਰੇ ਘਰ ਪੁੱਤ ਜੰਮਿਆ ਸੀ। ਲੋਕਾਂ ਨੇ ਕਿਹਾ ਸੀ ਰੂੜੀ ਦੀ ਸੁਣੀ ਗਈ, ਰੂੜੀ ਦੀ ਸੁਣੀ ਗਈ, ਲੋਕਾਂ ਨੇ ਕਿਹਾ ਸੀ। ਪਰ ਮੈਨੂੰ ਪਤਾ ਰੂੜੀ ਦੀ ਐਵੇਂ ਨਹੀਂ ਸੀ ਸੁਣੀ ਗਈ। ਮਰਦੀ ਨੇ ਅੱਖ ਚੱਬਿਆ ਸੀ, ਪਰ ਉਹ ਕੌੜਾ ਨਹੀਂ ਸੀ। ਦਿਨ ਟੱਪੇ, ਉਮੀਦਵਾਰੀ ਹੋਈ ਤਾਂ ਚੁੱਪ ਚਪੀਤੇ ਜੋਗੇ ਨੇ ਮੇਰੇ ਮਨ ਤਨ ਤੇ ਕਬਜ਼ਾ ਕਰ ਲਿਆ ਸੀ। ਮੇਰੇ ਨਾਲ ਮੇਰੇ ਸਿਰ ਦਾ ਸਾਈਂ, ਮੇਰਾ ਮਾਲਕ ਕੋਕ ਸੁੱਤਾ ਪਿਆ ਸੀ। ਆਨੀ ਬਹਾਨੀ ਜੋਗਾ ਮੈਨੂੰ ਸ਼ਿਲੇ ਵਿੱਚ ਮਿਲਣ ਆਇਆ ਸੀ, ਤੇ ਮੈਂ ਪੂਰੀ ਦੀ ਪੂਰੀ ਉਹਦੇ ਸਾਹਮਣੇ ਇੱਕ ਸਜਦੇ ਵਿੱਚ ਝੁਕ ਗਈ ਸੀ। ਮੁੰਡਾ ਵੇਖ ਕਿਸੇ ਨੇ ਮੇਰੇ ਘਰ ਵਾਲੇ ਨੂੰ ਕਿਹਾ ਸੀ, ਜਮਾਂ ਤੇਰੇ ਤੇ ਗਿਆ। ਉਹਦੇ ਝੂਠ ਨੂੰ ਸੱਚ ਸਮਝ ਉਹ ਗਿੱਠ ਉੱਚਾ ਹੋ ਗਿਆ ਸੀ। ਜ਼ਿੰਦਗੀ ਜੀਣ ਲਈ ਓਲੇ ਵੀ ਬੜੇ ਜ਼ਰੂਰੀ ਨੇ। ਉਸ ਵੇਲੇ ਮੈਂ ਜਾਣਿਆ ਸੀ ਤੇ ਮੈਨੂੰ ਵੀ 12 ਵਰ੍ਹਿਆਂ ਬਾਅਦ ਇਹ ਘਰ ਆਪਣਾ ਲੱਗਣ ਲੱਗਿਆ ਸੀ। ਹਰ ਗੱਲ ਤੇ ਬੋਲੀਆਂ ਮਾਰਨ ਵਾਲੀ ਜਠਾਣੀ ਨੇ ਵੀ ਦੜ ਵੱਟ ਲਈ ਸੀ। ਦੜ ਵੱਟ ਲਈ ਸੀ ਹਰ ਵੇਲੇ ਤਾਨੇ ਮਾਰਨ ਵਾਲੀ ਜਠਾਣੀ ਨੇ। ਘਰ ਵਾਲੇ ਤੇ ਤੁਰ ਜਾਣ ਤੋਂ ਬਾਅਦ ਮੇਰਾ ਪੁੱਤ ਵੈਲੀ ਜੇਠ ਦੀਆਂ ਅੱਖਾਂ ਵਿੱਚ ਕਿੱਲ ਬਣ ਚੁੱਕ ਗਿਆ ਸੀ। 9 ਸਾਲਾਂ ਦੇ ਮੁੰਡੇ ਵਿੱਚੋਂ ਉਹ ਆਪਣਾ ਸ਼ਰੀਕ ਲੱਭਣ ਲੱਗ ਪਿਆ ਸੀ। ਤੇ ਫਿਰ ਇੱਕ ਦਿਨ ਦਿਹਾੜੇ ਉਹਦੀਆਂ ਕੱਢੀਆਂ ਨੰਗੀਆਂ ਗਾਲਾਂ ਹਰ ਰਿਸ਼ਤੇ ਦਾ ਚੀਰ ਹਰਨ ਕਰ ਗਈਆਂ। ਮੈਂ ਉਸ ਦਿਨ ਢਿੱਡ ਵਿੱਚ ਮੁੱਕੀਆਂ ਮਾਰਦੀ ਕਿੰਨਾ ਚਿਰ ਰੋਂਦੀ ਰਹੀ ਸੀ, ਕਿੰਨਾ ਚਿਰ ਰੋਂਦੀ ਰਹੀ ਸੀ, ਆਪਣੇ ਢਿੱਡ 'ਚ ਮੁੱਕੀਆਂ ਮਾਰਦੀ। ਤੇ ਅਗਲੇ ਦਿਨ ਮੈਂ ਘਰ ਦੇ ਅੱਧ ਵਿੱਚ ਵੱਜੀ ਕੰਧ ਨੂੰ ਹੋਰ ਉੱਚਾ ਚੁਕਵਾ ਦਿੱਤਾ ਸੀ। ਬੜੀ ਉੱਚੀ ਕੰਧ ਸੀ, ਪਰ ਫਿਰ ਵੀ ਇੰਨੀ ਉੱਚੀ ਨਹੀਂ ਸੀ ਕਿ ਸ਼ਰੀਕ ਦੇ ਕੌੜੇ ਬੋਲਾਂ ਨੂੰ ਰੋਕ ਸਕਦੀ। ਫਿਰ ਇੱਕ ਦਿਨ, ਨਹੀਂ, ਇੱਕ ਰਾਤ
ਇੱਕ ਰਾਤ ਉਹ ਮੇਰੇ ਘਰ ਦੇ ਸਾਹਮਣੇ ਖੜ ਕੇ ਲਲਕਾਰੇ ਮਾਰੇ ਉਸਨੇ। ਗਸ਼ਤੀਏ, ਇੱਥੇ ਰਵੇਂਗੀ ਤਾਂ ਮੇਰੀ ਰੰਨ ਬਣ ਕੇ ਰਹੇਗੀ, ਨਹੀਂ ਤਾਂ ਮੁੰਡੇ ਸਣੇ ਘੋਗਾ ਚਿੱਤ ਕਰ ਦੇਣਾ। ਉਹ ਬੋਲਦਾ ਗਿਆ ਤੇ ਲਾਗੇ ਖੜੋਤੀ ਪੀੜ ਤਮਾਸ਼ਬੀਨ ਬਣ ਖਲੋਤੀ ਰਹੀ। ਬਾਹਰ ਨਿਕਲ ਕੰਜਰੀਏ, ਕੰਜਰੀਏ ਰੰਨੇ ਬਾਹਰ ਨਿਕਲ, ਬਾਹਰ ਨਿਕਲ। ਉਹਦੇ ਬੋਲ ਮੇਰੇ ਲਈ ਵੰਗਾਰ ਬਣ ਖਲੋਤੇ ਤੇ ਮੈਂ ਕੱਲੀ ਘਰੀ ਬਾਹਰ ਨਿਕਲੀ ਸੀ। ਮੇਰੇ ਸਿਰ ਤੇ ਚੁੰਨੀ ਨਹੀਂ ਸੀ ਤੇ ਮੈਂ ਵੀ ਉਹਨਾਂ ਸਾਰਿਆਂ ਦੀ ਧੀ ਭੈਣ ਬਣ ਛੱਡੀ। ਤੁਸੀਂ ਕੰਜਰ ਗਏ ਸੀ ਵਿਆਹੁਣ ਤੇ ਮੈਨੂੰ ਕੰਜਰੀ ਨੂੰ ਨਾਲ ਲੈ ਆਏ। ਤੁਹਾਡੇ ਘਰ ਵੀ ਕੰਜਰੀਆਂ ਵਸਦੀਆਂ ਨੇ। ਹੇ ਰੱਬਾ, ਉਹ ਵੀ ਮੇਰੇ ਵਰਗੀਆਂ ਹੋ ਜਾਣ ਤੇ ਮੈਨੂੰ ਸਬਰ ਆ ਜਾਵੇ, ਸਬਰ ਆ ਜਾਵੇ, ਮੈਨੂੰ ਸਬਰ ਆ ਜਾਵੇ। ਉਸ ਤੋਂ ਬਾਅਦ ਮੈਂ ਆਪਣੇ ਕਮਰੇ 'ਚ ਚਲੀ ਗਈ ਸੀ। ਹੁਣ ਮੇਰੀਆਂ ਅੱਖਾਂ ਵਿੱਚ ਹੰਝੂ ਨਹੀਂ ਸਨ, ਪਰ ਲਾਲੀ ਜ਼ਰੂਰ ਸੀ। ਬਾਹਰੋਂ ਭੀੜ ਖਿਸਕ ਚੁੱਕੀ ਸੀ ਤੇ ਮੈਂ ਮੰਜੇ ਤੇ ਪਈ ਚੁੰਨੀ ਨਾਲ ਆਪਣਾ ਸਿਰ ਕੱਜ ਲਿਆ ਸੀ। ਅਗਲੇ ਦਿਨ ਮੈਂ ਬੜੇ ਹੱਠ ਨਾਲ ਜੇਠ ਦੇ ਘਰ ਜਾ ਕੇ ਉਹਨੂੰ ਕਿਹਾ ਹੀ ਸੀ, ਸਰਦਾਰਾ, ਅੱਜ ਤੋਂ ਬਾਅਦ ਜੀਣ ਦੀ ਤਾਂ ਕੀ ਮਰਨ ਦੀ ਵੀ ਸਾਂਝ ਖਤਮ ਹੈ ਤੇਰੇ ਨਾਲ। ਇਹੋ ਜਿਹੇ ਕਰਖਤ ਪਲਾਂ ਵਿੱਚ ਜੋਗਾ ਮੇਰਾ ਆਸਰਾ ਬਣਦਾ ਤਾਂ ਮੈਂ ਜੀਣ ਜੋਗੀ ਹੋ ਜਾਂਦੀ। ਪਰ ਉਹਦਾ ਸਾਥ ਵੀ ਬਹੁਤਾ ਚਿਰ ਮੇਰੇ ਨਾਲ ਨਹੀਂ ਸੀ ਨਿਭਿਆ। ਜੋਗੇ ਨੂੰ ਯਾਦ ਕਰਦੇ ਅੱਜ ਵੀ ਕਾਲਜ ਦਾ ਰੁੱਖ ਭਰ ਜਾਂਦਾ ਹੈ। ਉਸ ਮੇਰੀ ਇਸ ਧਰਤੀ ਤੇ ਜੜ ਲਾਈ ਸੀ। ਰੋਈ ਤਾਂ ਮੈਂ ਆਪਣੇ ਖਸਮ ਨੂੰ ਵੀ ਬਥੇਰਾ ਸੀ, ਪਰ ਉਹਦੀ ਮੌਤ ਮੈਨੂੰ ਕੱਖੋਂ ਵਾਲੇ ਕਰ ਗਈ ਸੀ। ਸ਼ਮਸ਼ਾਨ ਘਾਟ ਜਾਣਾ ਚਾਹੁੰਦੀ ਸੀ, ਪਰ ਕਿਹੜੇ ਰਿਸ਼ਤੇ ਨਾਲ ਜਾਂਦੀ। ਅੰਦਰ ਵੜ ਕੇ ਰੋ ਲਿਆ, ਅੰਦਰ ਵੜ ਕੇ ਰੋ ਲਿਆ ਤੇ ਜਾਣ ਵਾਲੇ ਨੂੰ ਪੁੱਛਿਆ ਸੀ, ਚੰਦਰਿਆ, ਹੱਥੀ ਲਾਈਆਂ ਸਾਂਝਾਂ ਨੂੰ ਕੋਈ ਇੰਜ ਵੀ ਤੋੜ ਕੇ ਸੁੱਟ ਜਾਂਦਾ ਹੈ। ਚੰਦਰਿਆ, ਤੇ ਫਿਰ ਐਵੇਂ ਸਿਆਣੇ ਜੇ ਬਣਦੇ ਕਿਹਾ ਸੀ, ਬਿਖਮ ਤੇਰਾ ਪਾਵਨ। ਪਰ ਮੈਨੂੰ ਪਤਾ ਹੈ ਮੈਨੂੰ ਭਾਣਾ ਮੰਨਣਾ ਔਖਾ ਹੁੰਦਾ ਹੈ। ਕਿੰਨਾ ਚਿਰ ਉਹਦੇ ਤੇ ਆਪਣੇ ਪੁੱਤ ਨੂੰ ਹਿੱਕ ਨਾਲ ਲਾਈ ਰੋਂਦੀ ਰਹੀ, ਪਰ ਪੁੱਤ ਇੰਨਾ ਵੱਡਾ ਨਹੀਂ ਸੀ ਕਿ ਅਥਰੂਆਂ ਦੀ ਤਾਸੀਰ ਨੂੰ ਜਾਣ ਸਕਦਾ। ਤੇ ਮੈਂ ਆਪੇ ਰੋ ਕੇ ਆਪਣੇ ਆਪ ਨੂੰ ਵਰਾ ਲਿਆ ਸੀ। ਹੁਣ ਪੁੱਤ ਵੱਡਾ ਹੋ ਗਿਆ ਸੀ ਤੇ ਉਹਦੇ ਸਵਾਲ ਵੀ ਵੱਡੇ ਹੋ ਗਏ ਸਨ। ਇਸ ਖਲਚਗਣ ਤੋਂ ਮੁਕਤ ਹੋਣ ਲਈ ਮੈਂ ਉਹਨੂੰ ਡਲਹੌਜ਼ੀ ਦਾਖਲ ਕਰਵਾ ਦਿੱਤਾ। ਜ਼ਮੀਨ ਠੇਕੇ ਤੇ ਦੇ ਕੇ ਆਪਣੇ ਸ਼ਹਿਰ ਰਹਿਣ ਲੱਗ ਪਈਆਂ। ਪਰ ਪਿੰਡ ਬੈਠੇ ਲੋਕਾਂ ਨੂੰ ਮੇਰੇ ਬਾਰੇ ਉਹਨਾਂ ਗੱਲਾਂ ਦਾ ਵੀ ਪਤਾ ਹੁੰਦਾ ਜੋ ਮੈਨੂੰ ਨਹੀਂ ਪਤਾ। ਆਪਣੇ ਬਾਰੇ ਗੱਲਾਂ ਸੁਣ ਦੁੱਖ ਲੱਗਦਾ, ਪਰ ਹੁਣ ਢੀਠ ਜਿਹੀ ਹੋ ਗਈ ਆ।
ਤੁਸੀਂ ਕਿਹੜੀ ਰੁੱਤੇ ਆਏ ਮੇਰੇ ਰਾਮ ਜੀਓ, ਜਦੋਂ ਬਾਗੀ ਫੁੱਲ ਕੁਮਲਾਏ ਮੇਰੇ ਰਾਮ ਜੀਓ। ਤੁਸੀਂ ਕਿਹੜੀ ਰੁੱਤੇ ਆਏ ਮੇਰੇ ਰਾਮ ਜੀਓ, ਜਦੋਂ ਬਾਗੀ ਫੁੱਲ ਕੁਮਲਾਏ ਮੇਰੇ ਰਾਮ ਜੀਓ। ਮੋਬਾਈਲ ਦੀ ਰਿੰਗਟੋਨ ਨਾਲ ਮੈਂ ਤਰਪਕ ਗਈ। ਮੈਨੂੰ ਪਤਾ ਮੋਬਾਈਲ ਤੇ ਬਲਜੀਤ ਹੈ, ਪਰ ਮੇਰਾ ਉਹਦੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ। ਉਂਝ ਸੱਚਮੁੱਚ ਕਿਸੇ ਦੀ ਆਉਣ ਦੀ ਕੋਈ ਉਮਰ ਨਹੀਂ ਹੁੰਦੀ। ਬਲਜੀਤ ਕੀ ਹੈ ਮੇਰਾ, ਚੰਗਾ ਵੀ ਲੱਗਦਾ ਹੈ, ਪਰ ਕਈ ਵਾਰ ਉਹਦੀਆਂ ਚੱਲ ਵਲੱਲੀਆਂ ਤੋਂ ਮੈਂ ਪਰੇਸ਼ਾਨ ਹੋ ਜਾਂਦੀ ਹਾਂ। ਉਂਝ ਮਰਦ ਬੇਗਾਨੀ ਔਰਤ ਦੇ ਅਥਰੂ ਪੁੰਝਣ ਬੜੀ ਛੇਤੀ ਨਾਲ ਆ ਜਾਂਦੇ ਨੇ। ਅੱਜ ਕੱਲ੍ਹ ਬਲਜੀਤ ਮੇਰਾ ਬਿਜ਼ਨਸ ਪਾਰਟਨਰ ਹੈ, ਅਮੀਰ ਆਦਮੀ ਹੈ। ਘਾਟੇ ਵਾਧੇ ਜਰ ਕੇ ਵੀ ਮੈਨੂੰ ਮੁਨਾਫਾ ਦਵਾ ਜਾਂਦਾ ਹੈ। ਕੰਨ 'ਤੇ ਲੱਗੀ ਘੜੀ ਪਰ 2 ਵੱਜ ਚੁੱਕੇ ਨੇ। ਬਸ 2 ਘੰਟਿਆਂ ਵਿੱਚ ਉਸ ਆ ਜਾਣਾ ਹੈ। ਰਸੋਈ ਵਿੱਚ ਜਾ ਕੇ ਕੁਝ ਆਰ ਕਰਨਾ ਚਾਹੁੰਦੀ ਹਾਂ, ਪਰ ਚਲੇ ਸਟੋਰ ਵਿੱਚ ਜਾਂਦੀ ਹਾਂ, ਪੇਟੀ ਖੋਲ੍ਹਦੀ ਹਾਂ। ਬਹੁਤ ਚਿਰਾਂ ਤੋਂ ਕੱਪੜਿਆਂ ਦੀਆਂ ਤਹਿਆਂ ਹੇਠ ਦੱਬੀ ਫੁਲਕਾਰੀ ਉੱਪਰ ਆ ਗਈ। ਇਸ ਫੁਲਕਾਰੀ ਦੇ ਰੰਗ ਅੱਜ ਵੀ ਗੂੜੇ ਨੇ। ਉਂਝ ਤਾਂ ਜਦ ਮੇਰਾ ਘਰ ਵਾਲਾ ਜੀਂਦਾ ਸੀ ਤਾਂ ਆਸੇ ਪਾਸੇ ਮੂੰਹ ਮਾਰਨ ਦਾ ਉਸਨੂੰ ਪੁੱਛ ਸੀ। ਮੇਰੀ ਫੁਲਕਾਰੀ ਧੋਈ ਵੀ ਜਾਂਦੀ ਰਹੀ, ਪਰ ਪਤਾ ਨਹੀਂ ਕਿਉਂ ਮੈਨੂੰ ਉਹਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਸੀ। ਪਰ ਮੇਰੀ ਧਰ ਤੇ ਜੜ ਲਾਉਣ ਵਾਲਾ ਜੋਗਾ ਭਾਵੇਂ ਕਈ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਜਦ ਮੇਰੇ ਸਾਹਮਣੇ ਆ ਖਲੋਂਦਾ ਤਾਂ ਪੂਰੇ ਦਾ ਪੂਰਾ ਆਪਣਾ ਲੱਗਦਾ। ਮੈਨੂੰ ਆਪਣਾ ਆਪ ਸੱਚਾ ਜਿਹਾ ਲੱਗਦਾ। ਅਜਿਹੇ ਵੇਲੇ ਮੱਲੋ ਮੱਲੀ ਫੁਲਕਾਰੀ ਮੇਰੇ ਸਿਰ ਤੇ ਆ ਜਾਂਦੀ। ਮੈਨੂੰ ਜੋਗਾ ਵੀ ਕਹਿੰਦਾ ਹੁੰਦਾ ਸੀ ਤੈਨੂੰ ਗੂੜੇ ਰੰਗ ਬੜੇ ਜੱਚਦੇ ਆ, ਜ਼ਿਆਦਾ ਜੱਚਦੇ ਆ ਗੂੜੇ ਰੰਗ ਤੈਨੂੰ। ਜਦੋਂ ਦੀ ਗੱਲ ਯਾਦ ਆਈ ਤਾਂ ਆਪਣੇ ਗਲ ਪਾਇਆ ਸੂਟ ਭੈੜਾ ਲੱਗਿਆ। ਮਰਿਆ ਨਾਲ ਮਰਿਆ ਥੋੜਾ ਜਾਂਦਾ। ਜੀਂਦੇ ਬੰਦੇ ਨੂੰ ਸਭ ਕੁਝ ਚਾਹੀਦਾ ਹੁੰਦਾ ਹੈ। ਜ਼ਿੰਦਗੀ ਵਿੱਚ ਰੰਗੀਨੀ ਦੀ ਵੀ ਆਪਣੀ ਥਾਂ ਹੈ। ਮੈਨੂੰ ਬਲਜੀਤ ਚੇਤੇ ਆਉਂਦਾ, ਥੋੜਾ ਸਕੂਨ ਮਿਲਦਾ ਹੈ। ਇਸ ਦੁਨੀਆ ਨੇ ਮੇਰੀ ਕਿਹੜੀਆਂ ਫੀਤੀਆਂ ਚੜ੍ਹ ਦਿੱਤੀਆਂ ਤੇ ਨਿੰਦੀ ਦੀਆਂ ਕਿਹੜੀਆਂ ਲਾ ਲਈਆਂ। ਇਹ ਸੋਚ ਨਿੰਦੀ ਮੈਨੂੰ ਬਾਇਜ਼ਤ ਬਰੀ ਹੁੰਦੀ ਦਿਖਾਈ ਦਿੰਦੀ ਹੈ, ਪਰ ਦੂਜੇ ਪਲ ਹੀ ਮੈਨੂੰ ਉਹਦਾ ਮਰਿਆ ਪੁੱਤ ਯਾਦ ਆਉਂਦਾ ਤਾਂ ਕੰਬਾ ਛਿੜ ਜਾਂਦਾ ਤੇ ਆਪ ਮਾਰੇ ਮੂੰਹ ਚੋਂ ਨਿਕਲਦਾ ਹੈ, ਇੱਕ ਮਾਂ ਆਪਣੇ ਪੁੱਤ ਦੀ ਕਾਤਲ ਕਿਵੇਂ ਹੋ ਸਕਦੀ ਹੈ? ਕਿਵੇਂ ਹੋ ਸਕਦੀ ਆਪਣੇ ਪੁੱਤ ਦੀ ਕਾਤਲ? ਤੇ ਮੇਰੇ ਮਨ ਦੀ ਕਚਹਿਰੀ ਨੂੰ ਤਾਲੇ ਲੱਗ ਜਾਂਦੇ ਨੇ। ਨਿੰਦੀ। ਪੌਣੇ 7 ਸਾਲ। ਪੌਣੇ 7 ਸਾਲ ਕੋਈ ਥੋੜਾ ਸਮਾਂ ਨਹੀਂ ਹੁੰਦਾ। ਨਿੰਦੀ ਪਿੱਛੇ ਮੁੜ ਕੇ ਵੇਖਦੀ ਹੈ ਤਾਂ ਕਈ ਕੁਝ ਚੇਤਿਆਂ ਨਾਲ ਕਹਿ ਜਾਂਦਾ ਹੈ। ਇਹਨਾਂ ਸਾਲਾਂ ਵਿੱਚ ਬੜਾ ਕੁਝ ਬਦਲ ਗਿਆ। ਮੈਂ ਕੀ ਸੀ ਤੇ ਕੀ ਬਣ ਗਈ, ਕਿੱਥੋਂ ਤੁਰੀ ਸੀ ਤੇ ਕਿੱਥੇ ਪਹੁੰਚ ਗਈ। ਕਈ ਵਾਰ ਸੋਚਦੀ ਹਾਂ ਬੰਦੇ ਦੇ ਆਪਣੇ ਹੱਥ ਵੱਸ ਕੁਝ ਨਹੀਂ ਹੁੰਦਾ। ਜਹਾਜ਼ ਤੋਂ ਹੇਠਾਂ ਵੱਲ ਵੇਖਦੀ ਹਾਂ ਤਾਂ ਵਿੰਗ ਵਲੇਵੇਂ ਖਾਂਦੀ ਨਦੀਤੀ ਸੀ।
ਇਹਨਾਂ ਦੀ ਮੈਨੂੰ ਆਪਣੀ ਜ਼ਿੰਦਗੀ ਵਰਗੀ ਲੱਗੀ। ਅਣਜਾਣ ਰਾਹਾਂ 'ਚੋਂ ਲੰਘਦੀ, ਕਦੇ ਬਾਹਰ ਤੇ ਕਦੇ ਪਤਝੜ ਦਾ ਮੌਸਮ ਹੰਡਾਉਂਦੀ ਤੁਰੀ ਜਾਂਦੀ। ਮੈਂ ਵੀ ਲਗਾਤਾਰ ਸਫ਼ਰ 'ਚ ਮੇਰੀ ਜ਼ਿੰਦਗੀ ਦਾ ਮੌਸਮ ਪਤਝੜ ਹੈ ਜਾਂ ਬਹਾਰ ਹੈ, ਮੈਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਦਾ। ਲੋਕਾਂ ਦੀਆਂ ਨਜ਼ਰਾਂ 'ਚ ਮੈਂ ਅੜਬੰਗ, ਧੜੱਲੇਦਾਰ ਤੇ ਲਾਪਰਵਾਹ ਕਿਸਮ ਦੀ ਔਰਤ ਹਾਂ। ਆਪਣੇ ਇਸ ਸੁਭਾਅ ਕਾਰਨ ਮੈਂ ਕਾਲਜ ਵਿੱਚ ਵੀ ਮਸ਼ਹੂਰ ਸੀ ਤੇ ਹੁਣ ਇੰਗਲੈਂਡ ਵਿੱਚ ਵੀ। ਮੇਰੇ ਕੋਲ ਬੈਠੇ ਲੋਕ ਦੁੱਖ ਭੁੱਲ ਜਾਂਦੇ ਨੇ। ਆਪਣੇ ਸੁਭਾਅ ਦੀ ਇਹ ਗੱਲ ਮੈਨੂੰ ਬਹੁਤ ਚੰਗੀ ਲੱਗਦੀ ਹੈ। ਮੈਂ ਕੁਰਖਤ ਤੋਂ ਕੁਰਖਤ ਪਲਾਂ ਵਿੱਚ ਵੀ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜੀਵਿਆ, ਮਾਣਿਆ। ਪਰ ਅੱਜ ਇੰਡੀਆ ਨੂੰ ਜਾਂਦਿਆਂ ਬੇਚੈਨ ਜਿਹੀ ਹਾਂ। ਜਿਹੜੀਆਂ ਗੱਲਾਂ ਨੂੰ ਇੰਨੇ ਵਰੇ ਮਨ ਦੇ ਕਿਸੇ ਖੁੰਝੇ ਦਬਾ ਛੱਡਿਆ, ਅੱਜ ਮੇਰਾ ਸਿਰਹਾਣਾ ਮਲ ਕੇ ਬਹਿ ਗਈਆਂ। ਹੱਡੀ ਪੀਤਿਆ ਸਭ ਕੁਝ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗਾ। ਪਤੀ, ਭਰਾ ਤੇ ਪੁੱਤ ਤਿੰਨ ਮਹੀਨਿਆਂ ਦੀ ਵਿੱਥ ਉੱਤੇ ਚਲੇ ਗਏ ਸੀ। ਉੱਥੇ ਚਲੇ ਗਏ ਸੀ ਜਿੱਥੋਂ ਕੋਈ ਮੁੜ ਕੇ ਨਹੀਂ ਆਉਂਦਾ। ਉਦੋਂ ਸੁੱਤੀ ਦਾ ਸਿਰਹਾਣਾ ਗਿੱਲਾ ਹੋ ਜਾਂਦਾ ਤਾਂ ਮੈਨੂੰ ਪਤਾ ਨਾ ਲੱਗਦਾ ਮੈਂ ਕਿਹਨੂੰ ਰੋ ਰਹੀ ਹਾਂ। ਕੋਈ ਅਫਸੋਸ ਕਰਦੇ ਕਹਿੰਦਾ ਬੜਾ ਮਾੜਾ ਹੋਇਆ, ਤਾਂ ਪਤਾ ਨਾ ਲੱਗਦਾ ਕਿਹਦੇ ਵੱਲੋਂ ਮਾੜਾ ਹੋਇਆ ਕਹਿ ਰਿਹਾ। ਘਰ ਵਾਲੇ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਪਤਾ ਲੱਗਾ ਵੀ ਔਰਤ ਮਰਦ ਬਿਨਾਂ ਪੂਰੀ ਸੂਰੀ ਹੁੰਦਿਆਂ ਵੀ ਕਿੰਨੀ ਊਣੀ ਤੇ ਅਧੂਰੀ ਹੋ ਜਾਂਦੀ ਹੈ। ਜਦ ਕੋਈ ਮੀਆਂ ਬੀਵੀ ਮੇਰੇ ਕੋਲੋਂ ਲਾਗੋਂ ਲੰਘਦੇ ਤਾਂ ਮੇਰੇ ਅੰਦਰੋਂ ਇੱਕ ਚੀਜ਼ ਜਿਹੀ ਉੱਠਦੀ। ਤੇ ਜਦ ਸਵੇਰੇ ਮੈਨੂੰ ਤੁਰੀ ਜਾਂਦੀ ਨੂੰ ਵੇਖ ਨਹਿਸ਼ ਸਮਝ ਕੋਈ ਰਸਤਾ ਬਦਲ ਲੈਂਦਾ ਤਾਂ ਮੇਰਾ ਦਿਲ ਕਰਦਾ ਸਾਰੇ ਪਿੰਡ ਨੂੰ ਅੱਗ ਲਾ ਦਿਓ, ਸਾਰੇ ਪਿੰਡ ਨੂੰ ਅੱਗ ਲਾ ਦਿਓ। ਤੇ ਇਹੋ ਜਿਹੇ ਵੇਲੇ ਹੀ ਮੈਨੂੰ ਗੁਰਦੇਵ ਬਾਰੇ ਸੋਚਣਾ ਚੰਗਾ ਲੱਗਣ ਲੱਗ ਪਿਆ ਸੀ। ਉਹ ਚੜ੍ਹਦੀ ਉਮਰ ਦਾ ਵਾਲ ਨਹੀਂ ਸੀ। ਅਧਖੜ ਉਮਰ 'ਚ ਛੱਲਾਂ ਉੱਠੀਆਂ ਸਨ ਤੇ ਉਹਨਾਂ ਛੱਲਾਂ ਨੂੰ ਢਾਲ ਨਾ ਸਕੀ। ਮੈਂ ਉਹਨਾਂ ਛੱਲਾਂ ਨੂੰ ਢਾਲ ਨਾ ਸਕੀ। ਜੋ ਮੈਂ ਕਰ ਰਹੀ ਸੀ ਉਹ ਮੇਰੇ ਕਰਨ ਦਾ ਵੇਲਾ ਨਹੀਂ ਸੀ, ਪਰ ਜਦੋਂ ਉਹਦਾ ਫੋਨ ਆਉਂਦਾ ਤਾਂ ਹਰ ਵੇਲਾ ਆਪਣਾ ਲੱਗਣ ਲੱਗ ਪੈਂਦਾ। ਮਨ ਦੀਆਂ ਘੰਟੀਆਂ ਵੱਜਣ ਲੱਗਦੀਆਂ। ਐਵੇਂ ਮਨ ਦੀਆਂ ਘੰਟੀਆਂ ਵੱਜਣ ਲੱਗਦੀਆਂ। ਗੁਰਬਚਨ ਦੀ ਮੌਤ ਨੂੰ 2 ਮਹੀਨੇ ਹੋ ਗਏ ਸਨ। ਜਦੋਂ ਆਇਆ ਸੀ ਉਸ ਵੇਲੇ ਵਿਹੜੇ ਵਿੱਚ ਸੱਥਰ ਨਹੀਂ ਸੀ ਵਿਛਿਆ। ਸੋਗ ਉਠਾਈ ਵੀ ਹੋ ਚੁੱਕੀ ਸੀ, ਪਰ ਘਰ ਦੀ ਹਵਾ ਅਜੇ ਵੀ ਸੁੱਕੀ ਸੀ। ਦਿਲਾਸਾ ਦਿੰਦਿਆਂ ਮੈਨੂੰ ਗੁਰਦੇਵ ਨੇ ਪੁੱਛਿਆ ਸੀ, ਮੈਂ ਤੇਰੇ ਲਈ ਕੀ ਕਰ ਸਕਦਾ? ਘਰ ਦੀ ਇੱਜ਼ਤ ਮਾਨ ਮਰਿਆਦਾ ਨੂੰ ਪਰੇ ਰੱਖ ਕੇ ਮੈਂ ਨੱਪਿਆ ਤੋਲਿਆ ਜਵਾਬ ਦਿੱਤਾ ਸੀ। ਮੇਰਾ ਗੁਰਬਚਨ ਬਣੀ। ਮੈਂ ਜਾਣਦੀ ਸੀ ਉਹਦੇ ਘਰ ਦੀਆਂ ਕੰਧਾਂ ਵਿੱਚ ਵੀ ਤਰੇੜ ਆ ਗਈ ਸੀ ਤੇ ਉਸ ਤਰੇੜ ਨੂੰ ਹੁਣ ਕੋਈ ਵੀ ਮੇਟ ਨਹੀਂ ਸੀ ਸਕਦਾ। ਪੁੱਤ ਦੇ ਭੋਗ ਤੇ ਵੀ ਮੇਰੀਆਂ ਦੁੱਖ ਦੀਆਂ ਅੱਖਾਂ ਗੁਰਦੇਵ ਨੂੰ ਲੱਭਦੀਆਂ ਰਹੀਆਂ, ਪਰ ਉਹ ਕਿਤੇ ਨਹੀਂ ਸੀ। ਤੇ ਫਿਰ ਕਈ ਦਿਨਾਂ ਬਾਅਦ ਉਹ ਆਇਆ। ਮੈਨੂੰ ਕਿਸੇ ਸਾਹਮਣੇ ਰੋਣਾ ਧੋਣਾ ਚੰਗਾ ਨਹੀਂ ਸੀ ਲੱਗਦਾ, ਪਰ ਉਹਨੂੰ ਵੇਖ ਕੇ ਜੀ ਕੀਤਾ ਕਿ ਮੈਂ ਉਹਦੇ ਮੋਢੇ ਤੇ ਸਿਰ ਰੱਖ ਕੇ ਪੁੱਪਾ ਮਾਰ ਮਾਰ ਕੇ ਰੋਵਾਂ। ਇਹ ਉਹੀ ਪਲ ਸਨ ਜਦੋਂ
ਆਪਣੇ ਅਣਚਾਹੇ ਰਿਸ਼ਤੇ ਤੋਂ ਪੂਰਨ ਮੁਕਤ ਹੋ ਗਿਆ ਸੀ ਤੇ ਅਸੀਂ ਦੋਵੇਂ ਨਿਆਸਰੇ ਇੱਕ ਦੂਜੇ ਦਾ ਆਸਰਾ ਬਣ ਬੈਠੇ ਸੀ। ਪੁੱਤ ਦੇ ਭੋਗ ਤੋਂ 17 ਦਿਨਾਂ ਬਾਅਦ ਮੈਂ ਕੋਰਟ ਮੈਰਿਜ ਕਰਵਾ ਲਈ ਸੀ। ਕਈ ਵਾਰ ਸੋਚਦੀ ਹਾਂ ਬੰਦਾ ਆਪਣੇ ਕੁਝ ਰਿਸ਼ਤਿਆਂ ਕਰਕੇ ਸਾਊ ਜਿਹਾ ਬਣਿਆ ਰਹਿੰਦਾ। ਉਂਝ ਵੀ ਮੈਨੂੰ ਦੁੱਖਾਂ ਨੇ ਹੰਭਾ ਦਿੱਤਾ ਸੀ ਤੇ ਮੈਂ ਸੁੱਖ ਲੱਭਦੀ ਲੱਭਦੀ 7 ਸਮੁੰਦਰੋਂ ਪਾਰ ਆ ਗਈ ਸੀ। ਗੁੱਡ ਮਾਰਨਿੰਗ ਮੈਮ। 에ਅਰ ਹੋਸਟਸ ਦੀ ਆਵਾਜ਼ ਮੇਰੀਆਂ ਸੋਚਾਂ ਨੂੰ ਜ਼ਬਤ ਕਰ ਲੈਂਦੀ ਹੈ। ਉਹਦੀ ਗੂੜੀ ਗੁਲਾਬੀ ਰੰਗ ਦੀ ਡਰੈਸ ਉੱਤੇ ਸੂਰਜਮੁਖੀ ਦਾ ਵੱਡਾ ਸਾਰਾ ਫੁੱਲ ਦੇਖਦੀ ਹਾਂ ਤਾਂ ਮੱਥੇ ਅੰਦਰ ਟਸ ਟਸ ਹੋਣ ਲੱਗਦੀ ਹੈ। ਉਹੀ ਪੁਰਾਣਾ ਸੁਪਨਾ ਮੇਰੀਆਂ ਅੱਖਾਂ ਅੱਗੇ ਨੱਚਣ ਲੱਗ ਪੈਂਦਾ ਹੈ। ਸਾਡੇ ਸਾਰੇ ਖੇਤਾਂ ਵਿੱਚ ਸੂਰਜਮੁਖੀ ਦੇ ਫੁੱਲਾਂ ਨੂੰ ਗੈਰੀ ਦਾ ਮੂੰਹ ਲੱਗਿਆ ਹੋਇਆ ਤੇ ਜਦ ਮੈਂ ਉਹਨਾਂ ਨੂੰ ਵੇਖਦੀ ਹਾਂ ਤਾਂ ਸਾਰੇ ਦੇ ਸਾਰੇ ਸੂਰਜਮੁਖੀ ਮੈਨੂੰ ਪਿੱਟਦੇ ਜਾਂਦੇ ਨੇ। ਇਹ ਉੱਥੋਂ ਦੀ ਰੀਤ ਸੀ ਕਿ ਮਾਵਾਂ ਬੱਚਿਆਂ ਵੱਲ ਪਿੱਠ ਕਰਕੇ ਨਹੀਂ ਸੀ ਸੌਂਦੀਆਂ ਤੇ ਮੈਂ ਦਿਨ ਦਿਹਾੜੇ ਆਪਣੇ ਪੁੱਤ ਨੂੰ ਪਿੱਠ ਦੇ ਦਿੱਤੀ ਸੀ। ਤੇ ਉਸ ਤੋਂ ਬਾਅਦ ਉਹ ਬਹੁਤਾ ਚਿਰ ਜੀ ਨਹੀਂ ਸੀ ਸਕਿਆ। ਉਹ ਜਿਉਣ ਜੋਗਾ ਜੋ ਪੁੱਤ ਪਿਓ ਦੀ ਮੌਤ ਤੋਂ ਬਾਅਦ ਵੀ ਮੇਰੀ ਅਲਮਾਰੀ 'ਚ ਪਏ ਸੂਟਾਂ ਦੀਆਂ ਤਹਿਆਂ ਨੂੰ ਤਰਤੀਬ ਦਿੰਦਾ, ਮੇਰੀਆਂ ਰੰਗ ਬਿਰੰਗੀਆਂ ਪਰਾਂਦੀਆਂ ਨੂੰ ਬੜੇ ਸਲੀਕੇ ਨਾਲ ਟਿਕਾ ਦਿੰਦਾ। ਕਈ ਵਾਰੀ ਦਿਲ ਚਾਹੁੰਦਾ ਉਹਨੂੰ ਆਖਾਂ, ਪੁੱਤ ਮੈਂ ਹੁਣੇ ਪਰਾਂਦੀਆਂ ਕੀ ਕਰਨੀਆਂ, ਪਰ ਕਦੀ ਕਹਿ ਨਹੀਂ ਸੀ ਹੋਇਆ। ਫਿਰ ਕੁਝ ਕੁ ਦਿਨਾਂ ਬਾਅਦ ਮੈਨੂੰ ਪਰਾਂਦੀਆਂ ਚੰਗੀਆਂ ਲੱਗਣ ਲੱਗ ਪਈਆਂ ਸੀ। ਕਈ ਵਾਰ ਅਲਮਾਰੀ 'ਚ ਰੱਖੀਆਂ ਪਰਾਂਦੀਆਂ ਬਦੋ ਬਦੀ ਮੇਰੀ ਗੁੱਤ ਵਿੱਚ ਆ ਟਿਕਦੀਆਂ ਤਾਂ ਉਹ ਤਰਪਕ ਜਾਂਦਾ। ਤੇ ਫਿਰ ਮੈਂ ਆਨੀ ਬਹਾਨੀ ਉਹਦੇ ਨਾਲ ਗੱਲ ਛੇੜਦਿਆਂ ਕਿਹਾ ਸੀ, ਗੈਰੀ ਬੇਟੇ ਮੈਂ ਜ਼ਿੰਦਗੀ 'ਚ ਕਦੇ ਸਮਝੌਤੇ ਕਰਨੇ ਨਹੀਂ ਸਿੱਖੇ। ਮੈਂ ਹਮੇਸ਼ਾ ਜ਼ਿੰਦਗੀ ਆਪਣੇ ਢੰਗ ਨਾਲ ਜੀਵੀ ਅਤੇ ਹੁਣ ਵੀ ਆਪਣੇ ਢੰਗ ਨਾਲ ਹੀ ਜੀਣੀ ਚਾਹੁੰਦੀ ਹਾਂ। ਉਹਨੇ ਸ਼ਬਦਾਂ ਦੇ ਹੇਰ ਫੇਰ ਨੂੰ ਸਮਝ ਲਿਆ ਸੀ। ਗੈਰੀ ਉਸ ਦਿਨ ਤੋਂ ਬਾਅਦ ਚੁੱਪ ਹੋ ਗਿਆ ਸੀ। ਜਦ ਮੈਨੂੰ ਫੋਨ ਤੇ ਗੱਲਾਂ ਕਰਦਿਆਂ ਵੇਖਦਾ ਤਾਂ ਉਹਦਾ ਮੱਥਾ ਤਿਉੜੀਆਂ ਨਾਲ ਭਰ ਜਾਂਦਾ। ਇੱਕ ਦਿਨ ਚੁੱਪ ਤੋੜਦਿਆਂ ਕਹਿਣ ਲੱਗਿਆ, ਮਾਂ ਮੈਂ ਤੇਰੀਆਂ ਸਾਰੀਆਂ ਪਰਾਂਦੀਆਂ ਨੂੰ ਅੱਗ ਲਾ ਦੇਣੀ ਆ। ਲਾਤੀ ਮੈਂ ਅੱਗ ਸਾਰੀਆਂ ਪਰਾਂਦੀਆਂ ਨੇ ਤੁਹਾਡੀ। ਬਾਹਰ ਵਿਹੜੇ ਵਿੱਚ ਸੜੀਆਂ ਪਰਾਂਦੀਆਂ ਦੀ ਰਾਖ ਸੀ, ਪਰ ਮੇਰੀ ਗੁੱਤ ਵਿੱਚ ਤਾਂ ਅਜੇ ਵੀ ਰੰਗ ਬਿਰੰਗੀਆਂ ਪਰਾਂਦੀਆਂ ਟੰਗੀਆਂ ਸੀ, ਜਿਹੜੀਆਂ ਉਸਨੂੰ ਨਹੀਂ ਸਿਰਫ ਮੈਨੂੰ ਹੀ ਦਿਸਦੀਆਂ ਸੀ। ਮੈਂ ਉਹਨੂੰ ਸਮਝਾਉਣਾ ਚਾਹੁੰਦੀ ਸੀ, ਜਾਗਦੀ ਅੱਖਾਂ ਦੇ ਸੁਪਨੇ ਕਦੇ ਨਹੀਂ ਮਰਦੇ, ਕਦੇ ਨਹੀਂ ਮੁੱਕਦੇ, ਪਰ ਉਹਨੇ ਤਾਂ ਇਹ ਨੌਬਤ ਹੀ ਨਾ ਆਉਣ ਦਿੱਤੀ। ਕਾਲਜ ਵਿੱਚ ਉਸਨੂੰ ਬ੍ਰੇਨ ਹੈਮਰੇਜ ਹੋ ਗਿਆ ਸੀ। ਜਾਣਦੀ ਸਾਂ ਮੈਂ ਕਿਉਂ ਹੋਇਆ, ਜਾਣਦੀ ਸਾਂ। ਫਿਰ ਵੀ ਡਾਕਟਰ ਨੂੰ ਪੁੱਛਿਆ ਸੀ, ਡਾਕਟਰ ਨੇ ਸਟ੍ਰੈਸ ਦੱਸਿਆ ਸੀ। ਆਪਰੇਸ਼ਨ ਤੋਂ ਪਹਿਲਾਂ ਡਾਕਟਰ ਨੇ ਮੈਨੂੰ ਉਸਦੇ ਕੇਸ ਦੀ ਪੋਜੀਸ਼ਨ ਦੱਸ ਦਿੱਤੀ ਸੀ। ਉਸ ਮੁਤਾਬਿਕ ਗੈਰੀ ਬਚ ਵੀ ਸਕਦਾ ਹੈ, ਪਰ ਸ਼ਾਇਦ ਨੋਰਮਲ ਜ਼ਿੰਦਗੀ ਨਾ ਜੀ ਸਕੇ। ਮੇਰੇ ਢਿੱਡ ਦੀ ਅੰਦਰ ਨੇ ਹੋਕਾ ਭਰਿਆ ਸੀ, ਨਹੀਂ ਡਾਕਟਰ ਸਾਹਿਬ, ਮੈਨੂੰ ਆਪਣਾ ਗੈਰੀ ਸਾਲਮ ਸਬੂਤਾ ਚਾਹੀਦਾ। ਮੈਂ ਉਸਨੂੰ ਬਾਹਰ ਬਣਿਆ ਨਹੀਂ ਵੇਖ ਸਕਦੀ। ਗੈਰੀ ਆਪਰੇਸ਼ਨ ਥੀਏਟਰ ਵਿੱਚ ਹੀ ਸੀ ਤੇ ਮੈਂ ਉਹਨਾਂ ਪਲਾਂ ਵਿੱਚ ਗੈਰੀ ਬਾਰੇ ਕਈ ਕੁਝ ਕਿਆਸ ਲਿਆ ਸੀ। ਇੱਕਦਮ ਮੈਨੂੰ ਗੈਰੀ ਵੀਲ ਚੇਅਰ ਤੇ ਬੈਠਾ ਦਿਸਣ ਲੱਗ ਪਿਆ। ਕਦੇ ਲੱਗੇ ਉਹ ਇੱਕ ਪਾਸੇ ਟਿਕਟਕੀ ਲਾਈ ਵੇਖੀ ਜਾ ਰਿਹਾ, ਕਦੇ ਲੱਗੇ ਉਹਦੇ ਮੂੰਹ ਵਿੱਚੋਂ ਲਾਲਾਂ ਡਿੱਗ ਰਹੀਆਂ।
ਉਹਨੂੰ ਸਾਹਮਣੇ ਬੰਦੇ ਖਲੋਤੇ ਦਿਸਦੇ, ਪਰ ਪਤਾ ਨਹੀਂ ਲੱਗਦਾ ਉਹ ਕੌਣ ਨੇ। ਪਰ ਇੰਝ ਦਾ ਤਾਂ ਕੁਝ ਵੀ ਨਹੀਂ ਸੀ ਹੋਇਆ। ਆਪਰੇਸ਼ਨ ਥੀਏਟਰ ਦੀ ਲਾਲ ਬੱਤੀ ਬੰਦ ਹੋਈ ਤੇ ਡਾਕਟਰ ਨੇ ਉਹਨੂੰ ਮਰਿਆ ਘੋਸ਼ਿਤ ਕਰ ਦਿੱਤਾ ਸੀ। ਮੈਂ ਉਸਦੀ ਮੌਤ ਦੀ ਖਬਰ ਸੁਣ ਕੇ ਰੋਈ ਨਹੀਂ ਸੀ, ਪੱਥਰ ਹੋ ਗਈ ਸੀ। ਲਾ ਕਿਉਂ ਬੰਨੇ ਆਵਾਜ਼ ਆਈਆਂ, ਇਹਨੂੰ ਰਵਾਓ ਰਵਾਓ ਇਹਨੂੰ। ਪਰ ਮੇਰੇ ਤਾਂ ਅਥਰੂ ਹੀ ਮੁੱਕ ਗਏ ਜਾਪਦੇ। ਮੇਰੇ ਪੁੱਤ ਦੀ ਲਾਸ਼ ਮੇਰੇ ਸਾਹਮਣੇ ਸੀ। ਮੈਨੂੰ ਪਤਾ ਨਹੀਂ ਕੀ ਹੁਲਕੁੱਦੀ ਮੈਂ ਚੀਕ ਚਿਹਾੜਾ ਪਾ ਦਿੱਤਾ, ਪਰ ਇਸ ਚੀਕ ਚਿਹਾੜੇ ਵਿੱਚ ਗੈਰੀ ਦਾ ਤਾਂ ਨਾਂ ਤੱਕ ਨਹੀਂ ਸੀ। ਮੈਂ ਬਸ ਇਹੀ ਗੱਲ ਦੁਹਰਾਈ ਗਈ, ਮੈਂ ਘਰ ਤਾਂ ਜਾਊਂਗੀ ਜੇ ਤੁਸੀਂ ਸਾਰੇ ਮੇਰੀ ਗੱਲ ਮੰਨੋਗੇ। ਲਾਗਿਓ ਕਿਸੇ ਨੇ ਕਿਹਾ, ਦਿਮਾਗੀ ਅਸਰ ਹੋ ਗਿਆ ਨਾ ਵਿਚਾਰੀ ਤੇ। ਸੱਚ ਹੀ ਤਾਂ ਸੀ, ਦਿਮਾਗ ਨੂੰ ਤਾਂ ਹਰ ਵੇਲੇ ਫਤੂੜ ਚੜਿਆ ਰਹਿੰਦਾ ਸੀ। ਗੈਰੀ ਦੀ ਮੌਤ ਤੋਂ ਬਾਅਦ ਮੈਂ ਸੋਚਦੀ, ਉਹਨੇ ਇੰਨਾ ਹੀ ਜਾਣਿਆ ਸੀ। ਇੱਕ ਮਾਂ ਆਪਣੇ ਬੱਚੇ ਨੂੰ ਥੋੜਾ ਨਾ ਮਾਰ ਸਕਦੀ ਹੈ। ਫਿਰ ਮਨ ਚਾਹੁੰਦਾ ਮਰਿਆ ਤਾਂ ਮੇਰੀਆਂ ਗੱਲਾਂ ਕਰਕੇ ਨਾ, ਨਹੀਂ ਤਾਂ ਉਹਦੀ ਜਾਣ ਦੀ ਉਮਰ ਥੋੜੀ ਸੀ। ਫਿਰ ਜਦ ਡਾਕਟਰਾਂ ਦੀ ਕਈ ਗੱਲ ਯਾਦ ਆਉਂਦੀ ਤਾਂ ਮੈਂ ਸੁਰਖਰੂ ਜਿਹੀ ਹੋ ਜਾਂਦੀ। ਮੈਂ ਗੈਰੀ ਨੂੰ ਅਪਾਹਜ ਬਣਿਆ ਨਹੀਂ ਸੀ ਵੇਖ ਸਕਦੀ। ਅਪਾਹਜ ਬੰਦੇ ਨੂੰ ਹਰ ਕੋਈ ਤਰਸ ਦੀਆਂ ਨਜ਼ਰਾਂ ਨਾਲ ਵੇਖਦਾ ਹੈ, ਤੇ ਮੈਂ ਨਹੀਂ ਸੀ ਚਾਹੁੰਦੀ ਕਿ ਉਹ ਤਰਸ ਦਾ ਪਾਤਰ ਬਣੇ। ਮੈਂ ਵੀ ਸਭ ਕੁਝ ਬਣ ਸਕਦੀ ਸੀ, ਪਰ ਤਰਸ ਦਾ ਪਾਤਰ ਨਹੀਂ। ਤਰਸ ਦਾ ਪਾਤਰ ਨਹੀਂ। ਹਵਾਈ ਜਹਾਜ਼ 'ਚ ਕੋਈ ਅਨਾਉਂਸਮੈਂਟ ਹੋ ਰਹੀ ਹੈ ਤੇ ਮੈਂ ਸੋਚਾਂ ਦੇ ਵਹਾਅ ਵਿੱਚੋਂ ਬਾਹਰ ਨਿਕਲਦੀਆਂ, ਆਸੇ ਪਾਸੇ ਵੇਖਦੀਆਂ। ਲਾਗੇ ਇੱਕ ਬਿਰਧ ਜ਼ਨਾਨੀ ਬੈਠੀ, ਹੱਥ 'ਚ ਸਿਮਰਨ ਫੜੀ ਮੂਲ ਮੰਤਰ ਦਾ ਜਾਪ ਕਰ ਰਹੀ ਹੈ। ਅੱਖ ਖੋਲ ਕੇ ਮੇਰੇ ਵੱਲ ਵੇਖਦੀ ਹੋਈ ਕਹਿਣ ਲੱਗੀ, ਵੇਖਦੀ ਏ ਐਵੇਂ ਟੈਂਪਰ ਕੀ ਸੀ ਮੈਂ, ਨਾ ਪੈਰਾਂ ਹੇਠ ਭੋਏ ਨਾ ਸਿਰ ਤੇ ਅੰਬਰ। ਇਸ ਵਕਤ ਬੰਦਾ ਤਾਂ ਹਵਾ 'ਚ ਹੀ ਪੀਏ, ਜੇ ਕੋਈ ਭਾਣਾ ਵਾਪਰ ਜੇ ਕੁਛ ਨਾ ਲੱਭੇ ਹਨ। ਬੇਬੇ, ਕਈ ਵਾਰ ਬੰਦਾ ਧਰਤੀ ਤੇ ਤੁਰਦਾ ਵੀ ਹਵਾ 'ਚ ਹੀ ਹੁੰਦਾ। ਮੈਂ ਉਹਨੂੰ ਜਵਾਬ ਦਿੱਤਾ, ਪਰ ਉਹ ਸੁਣਿਆ ਨਹੀਂ ਸੀ। ਫਿਰ ਇੱਕ ਵਾਰੀ ਘਬਰਾਈ ਜੀ ਗੁਟਕਾ ਲੈ ਕੇ ਬੈਠ ਗਈ। ਅੱਜ ਕੱਲ੍ਹ ਗੁਰਦੇਵ ਦਾ ਵੀ ਇਹੋ ਹੀ ਹਾਲ ਹੈ, ਉਹ ਵੀ ਗੁਟਕਾ ਲੈ ਕੇ ਬੈਠਾ ਰਹਿੰਦਾ। ਮੈਨੂੰ ਇੱਕ ਦਿਨ ਕਹਿਣ ਲੱਗਾ, ਨਿੰਦਰ ਗੁਰੇ, ਤੂੰ ਵੀ ਪਾਠ ਕਰਿਆ ਕਰ, ਅੱਗਾ ਸਵਾਰਿਆ ਜਾਊ। ਉਹਦੀ ਗੱਲ ਮਾੜੀ ਨਹੀਂ ਸੀ, ਪਰ ਫਿਰ ਵੀ ਮੈਨੂੰ ਭੈੜੀ ਲੱਗੀ ਤੇ ਉਹਦੇ ਤੇ ਪਲਟਵਾਂ ਵਾਰ ਕਰਦੇ ਆਖਿਆ, ਗੁਰਦੇਵ ਸਿਆ, ਪਹਿਲਾਂ ਅੱਜ ਤਾਂ ਸਵਾਰ ਲਈਏ, ਅੱਗਾ ਕਿਹਨੇ ਵੇਖਿਆ। ਪਰ ਅੱਜ ਕੱਲ੍ਹ ਉਹ ਆਪਣਾ ਅੱਗਾ ਸਵਾਰਨ 'ਚ ਰੁੱਝਿਆ ਹੋਇਆ। ਉਹ ਪਾਪ ਪੁੰਨ ਦੇ ਚੱਕਰ 'ਚ ਉਲਝਿਆ ਪਿਆ। ਕਦੇ ਉਹਨੂੰ ਸੁਪਨੇ 'ਚ ਉਹਦੀ ਪਹਿਲੀ ਘਰ ਵਾਲੀ ਤੰਗ ਕਰਦੀ ਤੇ ਕਦੇ ਮੇਰਾ ਪਹਿਲਾ ਘਰ ਵਾਲਾ। ਇੱਕ ਦਿਨ ਮੈਨੂੰ ਕਹਿਣ ਲੱਗਾ, ਮੈਨੂੰ ਨਾ ਗੁਰਬਚਨ ਸੁਪਨੇ 'ਚ ਮਿਲਦਾ, ਮੇਰੇ ਕੋਲ ਕੁਝ ਨਾ ਕੁਝ ਮੰਗਦਾ ਰਹਿੰਦਾ। ਜੋ ਵੀ ਮੰਗਦਾ ਮੈਂ ਗੁਰਦੁਆਰੇ ਦਾਨ ਕਰ ਆਉਂਦਾ, ਪਰ ਫਿਰ ਵੀ ਮੇਰਾ ਪਿੱਛੇ ਹੀ ਨਹੀਂ ਛੱਡਦਾ। ਮੈਂ ਚੁੱਪ ਰਹੀ। ਜੀ ਚਾਹੀ ਕਿ ਇਹਨੂੰ ਆਖਾਂ, ਸੌਂਕਣ ਮੁਹਾਵਰੇ ਸਿਰਫ ਔਰਤਾਂ ਲਈ ਵੀ ਬਣੇ ਹੁੰਦੇ ਆ, ਜੇ ਮਰਦਾਂ ਲਈ ਬਣੇ ਹੁੰਦੇ ਤਾਂ ਤੇਰੇ ਗਲ ਵਿੱਚ ਵੀ ਲਟਕਾ ਦਿੰਦੀ ਹੈ ਨਾ। ਉਂਝ ਗੁਰਬਚਨ ਮੈਨੂੰ ਕਦੇ ਸੁਪਨੇ 'ਚ ਨਹੀਂ ਮਿਲਿਆ। ਉਹ ਮੇਰਾ ਬੰਦਾ ਸੀ, ਜਿੰਨੀ ਵੀ ਉਹਦੇ ਨਾਲ ਕੱਟੀ ਸੋਹਣੀ ਕੱਟੀ।
ਜੇ ਰੂਹਾਂ ਹੁੰਦੀਆਂ ਹੋਣਗੀਆਂ ਤਾਂ ਉਹਦੀ ਗਤੀ ਹੋ ਗਈ ਹੋਣੀ ਆ, ਨਹੀਂ ਤਾਂ ਜਿਉਂਦੇ ਜੀ ਉਹ ਮੇਰਾ ਵਸਾ ਨਹੀਂ ਸੀ ਖਾਂਦਾ। ਫਿਰ ਮਰ ਕੇ ਕਿਵੇਂ ਖਾਣ ਲੱਗ ਪਿਆ? ਜਾਂ ਕੀ ਪਤਾ ਰੂਹਾਂ ਵੀ ਰੁੱਸਦੀਆਂ ਹੋਣ ਤੇ ਮੇਰੇ ਚਾਲਿਆਂ ਤੋਂ ਉਹ ਵੀ ਰੁੱਸ ਗਿਆ ਹੋਵੇ। ਮੇਰੇ ਪੁੱਤ ਦਾ ਮਰਨਾ ਖਰਾਬ ਕਰਨ ਵਾਲੀ ਇਹ ਕੀੜੇ ਪੈ ਕੇ ਮਰੇ। ਇਹ ਮੇਰੀ ਸੱਸ ਦੇ ਬੋਲ ਸਨ ਜੋ ਮੇਰੇ 7 ਸਮੁੰਦਰੋਂ ਪਾਰ ਬੈਠੀ ਨੂੰ ਵੀ ਸੁਣ ਗਏ ਸਨ। ਮੇਰੇ ਸੁਪਨੇ ਵੀ ਇੱਦਾਂ ਦੇ ਆਉਂਦੇ। ਸੁਪਨੇ 'ਚ ਮੈਨੂੰ ਦੱਸਦਾ ਕਿ ਮੇਰੇ ਬੈਡਰੂਮ ਦੇ ਬੈੱਡ 'ਤੇ ਮੁੱਢ ਕਾਲੇ ਨਾਗਾਂ ਦੀ ਵਰਮੀ ਜੀ ਹੈ, ਜਿਹਦੇ 'ਚ ਸੱਪ ਨਿਕਲ ਕੇ ਕਿੰਨਾ ਚਿਰ ਬੈੱਡ 'ਤੇ ਲੇਟਦੇ ਰਹਿੰਦੇ ਆ। ਮੈਨੂੰ ਵੇਖ ਮੇਰੇ ਪਿੱਛੇ ਤੇਜ਼ ਰਿੰਗਦੇ, ਮੈਂ ਭੱਜੀ ਜਾਂਦੀ ਤੇ ਫਿਰ ਉਹ ਸੱਪ ਨਿੱਕੇ ਨਿੱਕੇ ਕੀੜੇ ਮਕੌੜੇ ਬਣ ਜਾਂਦੇ ਜਿਹੜੇ ਮੈਨੂੰ ਨਹੀਂ ਦਿਸਦੇ। ਪਰ ਜਦੋਂ ਨਡਾਲ ਹੋ ਕੇ ਬੈੱਡ 'ਤੇ ਪੈਂਦੀ ਤੇ ਡੰਗ ਮਾਰ ਕੇ ਸਾਰੀ ਦੀ ਸਾਰੀ ਨੂੰ ਨੀਲੀ ਕਰ ਦਿੰਦੇ। ਇਹ ਸੁਪਨਾ ਵੇਖ ਮੈਂ ਸਹਿਜ ਨਹੀਂ ਰਹਿੰਦੀ। ਕਈ ਵਾਰ ਸੋਚਦੀ ਹਾਂ ਲੋਕਾਂ ਦੀ ਨਜ਼ਰ ਨਾਲ ਆਪਣੇ ਆਪ ਨੂੰ ਵੇਖਣ ਲੱਗੀਏ ਤਾਂ ਜੀ ਵੀ ਨਾ ਸਕੀਏ। ਅੱਜ ਵੀ ਲੋਕਾਂ ਦੀ ਨਜ਼ਰ 'ਚ ਮੈਂ ਬਦਕਾਰ ਰਨ ਸੀ ਤੇ ਬਦਕਾਰ ਰਨ ਬਾਰੇ ਗੱਲ ਕਰਨਾ ਹਰ ਇੱਕ ਦਾ ਹੱਕ ਬਣਦਾ ਹੈ। ਕੁਝ ਵਾਕਈ ਮੈਂ ਕੀਤੀਆਂ ਸੀ ਤੇ ਕੁਝ ਉਹਨਾਂ ਆਪਣੇ ਆਪ ਮੇਰੇ ਬਾਰੇ ਕੱਢ ਲਈਆਂ ਸੀ। ਪਰ ਮੈਨੂੰ ਕੋਈ ਲੱਥੀ ਚੜੀ ਨਹੀਂ ਸੀ। ਜਦ ਕੋਈ ਵਿਧਵਾ ਔਰਤ ਆਪਾ ਬੋਲਦੀ ਮੈਨੂੰ ਕਹਿੰਦੀ ਮੈਂ ਸਾਰੀ ਉਮਰ ਇਹਨਾਂ ਬੱਚਿਆਂ ਆਸਰੇ ਕੱਟ ਲਈ, ਤਾਂ ਮੈਨੂੰ ਖਿਝ ਆਉਂਦੀ। ਮੈਨੂੰ ਇਹ ਜਿਹੀਆਂ ਸਤੀਆਂ ਸਵਿਤਰੀਆਂ ਕੋਲ ਖਲੋਣਾ ਬਹੁਤ ਚੰਗਾ ਨਹੀਂ ਲੱਗਦਾ। ਉਂਝ ਇਹੋ ਜਿਹੀਆਂ ਦੇ ਅੰਦਰ ਖਾਤੇ ਭਾਵੇਂ ਕਈ ਖਾਤੇ ਚੱਲਦੇ ਹੋਣ। ਹਾਂ ਚੰਨੀ ਭਾਵੇਂ ਮੇਰੀ ਸਹੇਲੀ ਹੈ, ਮੈਨੂੰ ਕਈ ਵਾਰ ਉਹਦੇ ਸੌਪਣੇ ਨਾਲ ਵੀ ਸਾੜਾ ਹੁੰਦਾ। ਮੈਂ ਜੋ ਵੀ ਕੀਤਾ ਆਪਣੇ ਨਾਲ ਕੀਤਾ, ਜੋ ਕੁਝ ਵੀ ਚੱਲਿਆ ਆਪਣੀ ਜਾਨ ਤੇ ਚੱਲਿਆ। ਜੇ ਪੁੱਤ ਮਰਿਆ ਤੇ ਮੇਰਾ ਮਰਿਆ, ਲੋਕਾਂ ਦਾ ਤਾਂ ਕੁਝ ਨਹੀਂ ਗਿਆ ਨਾ। ਪਰ ਫਿਰ ਵੀ ਲੋਕ ਮੇਰੀਆਂ ਗੱਲਾਂ ਕਰਦੇ ਨਹੀਂ ਸੀ ਥੱਕਦੇ। ਉਂਝ ਵੀ ਇਹ ਉਸ ਦੇਸ਼ ਦਾ ਦਸਤੂਰ ਸੀ ਕਿ ਅਗਨੀ ਪ੍ਰੀਖਿਆ ਸਿਰਫ ਔਰਤ ਦੇ ਹਿੱਸੇ ਆਉਂਦੀ ਹੈ। ਮੈਂ ਕੋਈ ਅਗਨੀ ਪ੍ਰੀਖਿਆ ਨਹੀਂ ਸੀ ਦਿੱਤੀ। ਪਰ ਜਦ ਮੇਰੇ ਧੁਰ ਅੰਦਰੋਂ ਕਦੀ ਕਦਾਈ ਲਾਹਣਤ ਜੀ ਪੈਂਦੀ ਹੈ ਨਾ, ਤੇ ਇੰਜ ਲੱਗਦਾ ਰਾਮ ਨੇ ਸੀਤਾ ਦੀ ਅਗਨੀ ਪ੍ਰੀਖਿਆ ਲੈ ਕੇ ਔਰਤ ਨੂੰ ਕਈ ਸਦੀਆਂ ਤੱਕ ਕਮਜ਼ੋਰ ਕਰ ਦਿੱਤਾ ਹੈ। ਇੰਜ ਲੱਗਦਾ ਕਿ ਰਾਮ ਨੇ ਸੀਤਾ ਦੀ ਅਗਨੀ ਪ੍ਰੀਖਿਆ ਲੈ ਕੇ ਔਰਤ ਨੂੰ ਕਈ ਸਦੀਆਂ ਤੱਕ ਕਮਜ਼ੋਰ ਕਰ ਦਿੱਤਾ ਹੋਵੇ। ਜਿਵੇਂ ਜਹਾਜ਼ 'ਚ ਹੋਈ ਅਨਾਉਂਸਮੈਂਟ ਤੋਂ ਪਤਾ ਲੱਗਦਾ ਹੈ ਸਫ਼ਰ ਮੁੱਕ ਚੁੱਕਾ ਸੀ। ਪਰ ਮੇਰੇ ਉਮਰਾਂ ਦੇ ਮਰਸੀਏ ਹਰ ਬਾਟ ਤੁਲ ਮੇਰੇ ਸਨ। ਵਰਕਾ ਪਲਟਿਆ ਗਿਆ। ਮੈਂ ਇੰਡੀਆ ਪਹੁੰਚ ਗਈ ਸੀ। ਮੇਰਾ ਸਾਥ ਹੀ ਸੌਣ ਲੱਗਦਾ। ਜਹਾਜ਼ ਤੋਂ ਬਾਹਰ ਆ ਮੈਂ ਆਪਣੀ ਧਰਤੀ ਨੂੰ ਨਤਮਸਤਕ ਹੁੰਦੀ ਹਾਂ। ਅਜੀਬ ਜਿਹਾ ਸਕੂਨ ਮਿਲਦਾ, ਅਜੀਬ ਜਿਹਾ ਸਕੂਨ ਮਿਲਦਾ। ਹਰ ਕੋਈ ਆਪਣਿਆਂ ਨੂੰ ਮਿਲ ਰਿਹਾ। ਮੈਨੂੰ ਪਤਾ ਹੈ ਕਿਸੇ ਨੇ ਮੈਨੂੰ ਲੈਣ ਨਹੀਂ ਆਉਣਾ, ਚੰਨੀ ਨੇ ਵੀ ਨਹੀਂ, ਕਿਉਂਕਿ ਮੈਂ ਆਪ ਹੀ ਉਹਨੂੰ ਮਨਾ ਕੀਤਾ ਸੀ। ਪਰ ਫਿਰ ਵੀ ਦੂਰ ਤੱਕ ਨਜ਼ਰ ਦੌੜਾਉਂਦੀ ਹਾਂ। ਏਅਰਪੋਰਟ ਤੋਂ ਬਾਹਰ ਨਿਕਲ ਟੈਕਸੀ ਲੈਂਦੀ ਹਾਂ। ਟੈਕਸੀ ਸ਼ਹਿਰ ਵੱਲ ਨੂੰ ਜਾ ਰਹੀ ਹੈ ਤੇ ਗੈਰੀ ਦਾ ਕਾਲਜ ਦਿਸਦਾ ਤਾਂ ਅੰਦਰਾਂ ਦਾ ਰੁੱਖ ਭਰ ਜਾਂਦਾ ਹੈ। ਐਵੇਂ ਰੁੱਸ ਗਿਆ ਮਾਂ ਨਾਲ। ਬੰਦਾ ਵੀ ਕੀ ਚੀਜ਼ ਹੈ ਨਾ, ਪਲ 'ਚ ਤੋਲਾ, ਪਲ 'ਚ ਮਾਸਾ। ਉਂਝ ਜਦ ਇੰਗਲੈਂਡ ਸੀ ਤੇ ਕਹਿੰਦੀ ਹੁੰਦੀ ਸੀ ਜਿਹੜੇ ਛੱਡੇ ਗਰਾਂ ਉਹਦਾ ਲੈਣਾ ਕਿ ਨਾ। ਪਰ ਟੈਕਸੀ ਮੇਰੇ ਕਹਿਣ ਮੁਤਾਬਿਕ ਛੱਡੇ ਗਰਾਂ ਨੂੰ ਹੀ ਤਾਂ ਆ ਜਾ ਰਹੀ ਸੀ।
ਟੈਕਸੀ ਖਲਿਆਰ ਦੂਰੋਂ ਪਿੰਡ ਨੂੰ ਵੇਖਦੀ ਹਾਂ। ਉਂਝ ਤਾਂ ਹੀ ਦਿਸਦਾ ਜਿਵੇਂ ਜਿਵੇਂ ਦਾ ਛੱਡ ਕੇ ਗਈ ਸੀ। ਬਸ ਪਿੰਡ ਨੂੰ ਜਾਂਦੀ ਲਿੰਕ ਰੋਡ ਤੇ ਗੇਟ ਬਣ ਚੁੱਕਾ ਹੈ, ਕੈਪਟਨ ਅਜੀਤ ਸਿੰਘ ਦੇ ਨਾਂ ਦਾ ਗੇਟ। ਇਹ ਮੇਰਾ ਪਤਿਓਰਾ ਸੀ। ਗਲ 'ਚ ਪਈ ਚੁੰਨੀ ਸਿਰ ਤੇ ਆਪਣੇ ਆਪ ਆ ਜਾਂਦੀ। ਉਸ ਗੇਟ ਸਾਹਮਣੇ ਸਿਰ ਸਜਦੇ 'ਚ ਝੁਕ ਜਾਂਦਾ ਹੈ। ਡਰਾਈਵਰ ਸ਼ਹਿਰ ਵੱਲ ਨੂੰ ਜਾਣ ਲੱਗਦਾ, ਪਰ ਮੈਂ ਉਹਨੂੰ ਪਿੰਡ ਵਾਲੀ ਸੜਕ ਤੇ ਗੱਡੀ ਪਾਉਣ ਲਈ ਕਿਹਾ। ਮੈਂ ਉਸ ਘਰ ਤੇ ਉਸ ਘਰ ਦੇ ਜੀਆਂ ਕੋਲ ਇੱਕ ਵਾਰ ਜਾਣਾ ਚਾਹੁੰਦੀ ਹਾਂ, ਜਿਨ੍ਹਾਂ ਜੀਆਂ ਨੂੰ ਪਲਾਂ ਛਣਾਂ ਵਿੱਚ ਬੇਗਾਨਾ ਘਰ ਆਈ ਸੀ, ਉਹਨਾਂ ਨੂੰ ਮਿਲਣਾ ਚਾਹੁੰਦੀ ਹਾਂ। ਮੈਂ ਜਾਣਦੀ ਹਾਂ ਮੈਂ ਉਸ ਘਰ ਦੇ ਦਰਵਾਜ਼ੇ ਮੇਰੇ ਲਈ ਨਹੀਂ ਖੋਲਣੇ, ਫਿਰ ਵੀ ਜਾਣਾ ਚਾਹੁੰਦੀ ਹਾਂ। ਮੈਂ ਜਾਣਦੀ ਹਾਂ ਉਸ ਘਰ ਦੀ ਦਹਲੀਜ਼ ਮੇਰੇ ਕੋਲੋਂ ਵੀ ਟੱਪ ਨਹੀਂ ਹੋਣੀ, ਪਰ ਫਿਰ ਵੀ ਇੱਕ ਵਾਰ ਉਸ ਘਰ ਦਾ ਬੂਹਾ ਖੜਕਾਉਣਾ ਚਾਹੁੰਦੀ ਹਾਂ। ਮੈਂ ਉਸ ਘਰ ਦੇ ਜੀਆਂ ਨੂੰ ਕਿਉਂ ਮਿਲਣਾ ਚਾਹੁੰਦੀ ਹਾਂ? ਮੈਂ ਉਸ ਘਰ ਇੱਕ ਵਾਰ ਫਿਰ ਕਿਉਂ ਜਾਣਾ ਚਾਹੁੰਦੀ ਹਾਂ? ਭਲਾ ਹੁਣ ਉਸ ਘਰ ਦੇ ਜੀਆਂ ਨਾਲ ਮੇਰਾ ਕੀ ਨਾਤਾ? ਉਸ ਘਰ ਨਾਲ ਮੇਰਾ ਕੀ ਵਾਸਤਾ? ਉਸ ਘਰ ਨਾਲ ਮੇਰਾ ਕੀ ਵਾਸਤਾ?